ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਇਹ ਸਮਝਣ ਦਾ ਯਤਨ ਕਰਾਂਗੇ ਕਿ ਗੁਰਬਾਣੀ ਦੇ ਅੰਦਰ ਅੰਧਾ ਕਿਸ ਨੂੰ ਆਖਿਆ ਗਿਆ ਹੈ। ਆਮ ਤੌਰ ਤੇ ਅੰਧਾ ਉਸੇ ਨੂੰ ਆਖਿਆ ਜਾਂਦਾ ਹੈ ਜਿਸ ਨੂੰ ਸਰੀਰਕ ਅੱਖਾਂ ਦੁਆਰਾ ਕੁਝ ਦਿਖਾਈ ਨਹੀਂ ਦਿੰਦਾ। ਪਰ ਸੰਸਾਰ ਵਿੱਚ ਦੋ ਤਰ੍ਹਾਂ ਦੇ ਅੰਨੇ ਮੰਨੇ ਜਾਂਦੇ ਹਨ। ਇੱਕ ਉਹ ਜਿਨ੍ਹਾਂ ਕੋਲ ਅੱਖਾਂ ਦੀ ਜੋਤ ਰੌਸ਼ਨੀ ਨਹੀਂ, ਤੇ ਦੂਸਰੇ ਉਹ ਜਿਨ੍ਹਾਂ ਕੋਲ ਗਿਆਨ ਦੀ ਰੌਸ਼ਨੀ ਨਹੀਂ, ਅਕਲੋਂ ਅੰਨੇ ਨੇ ਜਾਂ ਵਿਚਾਰ ਬੁੱਧੀ ਤੋਂ ਸੱਖਣੇ ਹਨ। ਬਾਹਰੀ ਸਰੀਰਕ ਅੱਖਾਂ ਸੰਸਾਰ ਨਾਲ ਗੰਢ ਪਵਾਉਂਦੀਆਂ ਹਨ, ਤੇ ਜਿਹੜੇ ਗਿਆਨ ਨੇਤਰ ਨੇ ਉਹ ਨਿਰੰਕਾਰ ਨਾਲ ਸਾਂਝ ਪਾਉਣ ਦੇ ਸਮਰੱਥ ਹਨ। ਸਰੀਰਕ ਅੱਖਾਂ ਕੇਵਲ ਤੇ ਕੇਵਲ ਦ੍ਰਿਸ਼ਟਮਾਨ ਜੋ ਦਿਖਾਈ ਦਿੰਦਾ ਹੈ ਉਸ ਨੂੰ ਹੀ ਵੇਖ ਸਕਦੀਆਂ ਹਨ, ਪਰ ਜਿਹੜੇ ਗਿਆਨ ਨੇਤਰ ਨੇ ਉਹ ਅਦ੍ਰਿਸ਼ਟ ਜੋ ਦਿਖਾਈ ਨਹੀਂ ਵੀ ਦਿੰਦਾ ਉਸ ਨੂੰ ਵੀ ਜਾਣਨ ਯੋਗ ਹਨ। ਸਰੀਰਕ ਅੱਖਾਂ ਦੀ ਕੁਝ ਸੀਮਾ ਹੈ, ਬਹੁਤੀ ਨੇੜੇ ਜਾਂ ਬਹੁਤੀ ਦੂਰ ਨਹੀਂ ਵੇਖ ਸਕਦੀਆਂ, ਪਰ ਜਿਹੜੇ ਗਿਆਨ ਨੇਤਰ ਹਨ ਉਹਨਾਂ ਦੀ ਕੋਈ ਸੀਮਾ ਨਹੀਂ ਹੈ। ਇਸ ਨੂੰ ਇਹ ਕਹਿ ਲੈਣਾ ਕਿ ਸਰੀਰਕ ਅੱਖਾਂ ਅੰਦਰੂਨੀ ਗਿਆਨ ਦੀ ਅੱਖ ਤੇ ਹੀ ਨਿਰਭਰ ਹੈ, ਇਹ ਵੀ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਗੁਰਬਾਣੀ ਦਾ ਗਿਆਨ ਜਿਹੜਾ ਮਨੁੱਖ ਦੇ ਮਾਨਸਿਕ ਪੱਖ ਨੂੰ ਸੁਧਾਰਨ ਲਈ ਹੈ, ਉਸ ਨੂੰ ਸਿੱਧੇ ਰਸਤੇ ਤੋਰਨ ਦੇ ਲਈ ਹੈ। ਉਹ ਅਧਿਆਤਮਕ ਨੇਤਰਾਂ ਜਾਂ ਜਿਨ੍ਹਾਂ ਨੂੰ ਅਸੀਂ ਗਿਆਨ ਨੇਤਰ ਜਾਂ ਤੀਜਾ ਨੇਤਰ ਵੀ ਕਹਿ ਦਿੰਦੇ ਹਾਂ, ਉਸੇ ਦੀ ਹੀ ਪ੍ਰੋੜਤਾ ਕਰਦੀ ਹੈ ਗੁਰਬਾਣੀ। ਤੁਸੀਂ ਗੁਰਬਾਣੀ ਦਾ ਵਾਕ ਪੜ੍ਹੋ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਅੰਜਨ ਦੇ ਸਭੈ ਕੋਈ ਟੁਕ ਚਾਹਨ ਮਾਹੀ ਬੇਡਾਨ, ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ। ਉਹੀ ਨੇਤਰਾਂ ਦੀ ਮਹੱਤਤਾ ਹੈ ਜਿਨ੍ਹਾਂ ਵਿੱਚ ਗੁਰੂ ਦੇ ਗਿਆਨ ਦਾ ਸੁਰਮਾ ਪਿਆ ਹੋਇਆ ਹੈ, ਭਾਵ ਆਤਮਿਕ ਗਿਆਨ ਦੇ ਸੁਰਮੇ ਵਾਲੀਆਂ ਅੱਖਾਂ ਜਿਨ੍ਹਾਂ ਨੂੰ ਗਿਆਨ ਨੇਤਰ ਕਹਿੰਦੇ ਹਾਂ, ਉਹਨਾਂ ਦੀ ਹੀ ਵਿਸ਼ੇਸ਼ਤਾ ਹੈ, ਉਹਨਾਂ ਦੀ ਹੀ ਗੱਲ ਕਰਦੀ ਹੈ ਗੁਰਬਾਣੀ। ਇਸ ਲਈ ਗੁਰਬਾਣੀ ਨੇ ਅੰਨਾ ਉਸ ਨੂੰ ਨਹੀਂ ਮੰਨਿਆ ਜੋ ਬਾਹਰੀ ਸਰੀਰਕ ਅੱਖਾਂ ਤੋਂ ਅੰਨਾ ਹੈ, ਬਲਕਿ ਉਸ ਨੂੰ ਅੰਨਾ ਮੰਨਿਆ ਹੈ ਜੋ ਆਤਮਿਕ ਗਿਆਨ ਦੀ ਅੱਖ ਤੋਂ, ਗੁਰੂ ਗਿਆਨ ਤੋਂ ਵਾਂਝਾ ਹੈ, ਜਿਸ ਨੇ ਗੁਰੂ ਦੇ ਰਾਹੀਂ ਪ੍ਰਭੂ ਦੇ ਨਾਲ, ਅਕਾਲ ਪੁਰਖ ਦੇ ਨਾਲ ਸਾਂਝ ਨਹੀਂ ਪਾਈ, ਜੋ ਆਤਮਿਕ ਪੱਖ ਤੋਂ ਅਗਿਆਨੀ ਹੈ। ਪਾਤਸ਼ਾਹ ਦੀ ਬਾਣੀ ਪੜੋ, ਕਹਿੰਦੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਹੇ। ਗੁਰੂ ਗਿਆਨ ਤੋਂ ਸਖਣੇ ਹੀ ਜਿਹੜੇ ਖਸਮੋਂ ਕੁੱਥੇ ਹਨ, ਜਾਂ ਫਿਰ ਇਦਾਂ ਕਹਿ ਲਈਏ ਜਿਹੜੇ ਦੂਜੇ ਪਾਸਿਓਂ ਖਸਮੋਂ ਕੁੱਥੇ ਹੋਏ ਹੀ ਆਤਮਿਕ ਗਿਆਨਹੀਣ ਹੁੰਦੇ ਹਨ। ਤੇ ਸੰਸਾਰ ਵਿੱਚ ਬਹੁਤਾਤ ਉਹਨਾਂ ਅੰਧਿਆਂ ਦੀ ਹੈ ਜੋ ਖਸਮੋਂ ਕੁੱਥੇ ਹਨ, ਜਿਨ੍ਹਾਂ ਨੇ ਖਸਮ ਦੇ ਨਾਲ, ਅਕਾਲ ਪੁਰਖ ਦੇ ਨਾਲ ਸਾਂਝ ਨਹੀਂ ਪਾਈ, ਪ੍ਰਭੂ ਦੇ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ, ਤੇ ਉਹ ਆਤਮਿਕ ਗਿਆਨ ਦੀ ਅੱਖ ਤੋਂ ਸਖਣੇ ਹੀ ਹਨ। ਉਹ ਸੱਚ ਦਾ ਮਾਰਗ ਸਾਹਮਣੇ ਹੁੰਦੇ ਹੋਏ ਵੀ ਉਸ ਨੂੰ ਪਛਾਣ ਨਹੀਂ ਸਕਦੇ। ਕੌਣ ਜੀ? ਜਿਹੜੇ ਆਤਮਿਕ ਗਿਆਨ ਤੋਂ ਸਖਣੇ ਹਨ। ਪਾਤਸ਼ਾਹ ਬਖਸ਼ ਕਰਦੇ ਨੇ, ਕਹਿੰਦੇ ਇਹ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰ ਮਗ ਨਾ ਪਾਏ, ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਈ। ਜਿਵੇਂ ਬਾਹਰੀ ਰਾਤ ਦੇ ਹਨੇਰੇ ਵਿੱਚ ਮਨੁੱਖ ਰਸਤਾ ਨਹੀਂ ਵੇਖ ਸਕਦਾ। ਤੁਸੀਂ ਵੇਖੋ, ਜੋ ਸੰਸਾਰ ਦੇ ਵਿੱਚ, ਸਮਾਜ ਵਿੱਚ ਰਹਿੰਦਿਆਂ ਹੋਇਆਂ ਜਦੋਂ ਹਨੇਰਾ ਹੋਵੇ ਉਦੋਂ ਸਾਨੂੰ ਕੋਲ ਪਈ ਹੋਈ ਚੀਜ਼ ਵੀ ਦਿਖਾਈ ਨਹੀਂ ਦਿੰਦੀ।
ਤੁਸੀਂ ਦੋਸਤ ਮਿੱਤਰਾਂ ਦੇ ਵਿੱਚ ਖੜੇ ਹੋ, ਜਦੋਂ ਚਾਨਣ ਹੋਵੇ ਤੁਸੀਂ ਹਰੇਕ ਦਾ ਚਿਹਰਾ ਉਹ ਵੇਖ ਸਕਦੇ ਹੋ, ਪਛਾਣ ਸਕਦੇ ਹੋ। ਜਦੋਂ ਹੀ ਹਨੇਰਾ ਹੋ ਜਾਏਗਾ ਤੁਸੀਂ ਆਪਣੇ ਨੇੜੇ ਖੜੇ ਦੋਸਤ ਨੂੰ ਵੀ ਨਹੀਂ ਪਛਾਣ ਸਕਦੇ। ਤੁਸੀਂ ਘਰ ਦੇ ਵਿੱਚ ਬੈਠੇ ਹੋ, ਬੈੱਡ ਤੇ ਬੈਠੇ ਹੋ, ਜਦੋਂ ਦਾ ਚਾਨਣ ਹੋਏਗਾ ਤੁਸੀਂ ਆਪਣੇ ਕਿਸੇ ਰੂਮ ਦੇ ਵਿੱਚ ਜਾਣਾ, ਚੱਪਲਾਂ ਪਾਉਣੀਆਂ ਹਨ, ਜੋੜਾ ਜਿਹੜਾ ਪਾਉਣਾ ਹੈ ਪੈਰਾਂ ਵਿੱਚ। ਜੇ ਤਾਂ ਚਾਨਣ ਹੋਏਗਾ ਤੁਹਾਡੇ ਪੈਰ ਆਟੋਮੈਟਿਕਲੀ ਜਿਹੜੇ ਚੱਪਲਾਂ ਦੇ ਵਿੱਚ ਜਾਣਗੇ, ਪਰ ਜੇਕਰ ਹਨੇਰਾ ਹੋਏਗਾ ਤਾਂ ਸਾਡੇ ਪੈਰ ਜਿਹੜੇ ਉਹ ਚੱਪਲਾਂ ਨੂੰ ਟੋਲਦੇ ਹਨ। ਤੁਹਾਡੇ ਕੋਲੇ ਮੋਬਾਈਲ ਆਪਾਂ ਯੂਜ਼ ਕਰਦੇ ਹਾਂ ਸਾਰੇ, ਜਦੋਂ ਤਾਂ ਚਾਨਣ ਹੋਏਗਾ ਤੁਹਾਡੇ ਕੋਲ ਪਿਆ ਫੋਨ, ਤੁਸੀਂ ਉਹਨੂੰ ਚੱਕੋਗੇ, ਤੁਹਾਡਾ ਹੱਥ ਜਿਹੜਾ ਹੈਗਾ ਮੋਬਾਈਲ ਦੇ ਉੱਤੇ ਜਾਏਗਾ। ਪਰ ਜੇਕਰ ਦੇਖੋ ਜੇ ਹਨੇਰਾ ਹੋਏ, ਕੋਲੇ ਪਈ ਹੋਵੇ ਚੀਜ਼ ਪਰ ਦਿਖਾਈ ਨਹੀਂ ਦਿੰਦੀ, ਸਾਨੂੰ ਕੋਲੇ ਪਈ ਹੋਈ ਚੀਜ਼ ਹਨੇਰੇ ਦੇ ਵਿੱਚ ਕੁਝ ਵੀ ਉਹ ਦਿਖਾਈ ਨਹੀਂ ਦਿੰਦਾ। ਜਦੋਂ ਚਾਨਣ ਹੋਏਗਾ ਸਾਨੂੰ ਕੋਈ ਵੀ ਚੀਜ਼ ਜਿਹੜੀ ਉਹ ਵੇਖਣ ਦੇ ਵਿੱਚ ਕੋਈ ਔਖਿਆਈ, ਲੱਭਣ ਦੇ ਵਿੱਚ ਕੋਈ ਔਖਿਆਈ ਨਹੀਂ ਹੁੰਦੀ। ਪਾਤਸ਼ਾਹ ਇਸੇ ਤਰ੍ਹਾਂ ਗੱਲ ਕਰਦੇ ਨੇ, ਕਹਿੰਦੇ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਮਨੁੱਖ ਰਸਤਾ ਨਹੀਂ ਵੇਖ ਸਕਦਾ, ਕਿਸੇ ਕੋਈ ਬਾਹਰੇ ਗਿਆ ਹੋਇਆ ਘਰ ਤੱਕ ਜਾ ਰਿਹਾ, ਰਸਤੇ ਵਿੱਚ ਹਨੇਰਾ ਹੋਵੇ ਤੇ ਉਹਨੂੰ ਆਪਣਾ ਰਸਤਾ ਮਾਰਗ ਜਿਹੜਾ ਉਹ ਸਿੱਧਾ ਘਰ ਨਹੀਂ ਜਾ ਸਕਦਾ, ਭਾਵ ਉਹ ਟੋਲਦਾ ਹੈ, ਚਾਨਣ ਦਾ ਸਹਾਰਾ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਆਤਮਿਕ ਮਾਰਗ ਦੀ ਗੱਲ ਚੱਲਦੀ ਹੈ, ਕਹਿੰਦੇ ਜਦੋਂ ਅੰਦਰੂਨੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਵਿਕਾਰੀ ਹਨੇਰੇ ਦੇ ਵਿੱਚ ਮਨੁੱਖ ਪਰਮਾਰਥ ਦੇ ਰਾਹ ਤੇ, ਜਾਂ ਨਿਰਮਲ ਪੰਥ ਕਹਿ ਦਿੰਦੇ ਹਾਂ ਅਸੀਂ, ਜਾਂ ਧਾਰਮਿਕ ਮਾਰਗ ਕਹਿ ਦਿੰਦੇ ਹਾਂ, ਉਸ ਦੀ ਪਛਾਣ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਜਿਹੜੇ ਅੰਦਰ ਵਿਕਾਰਾਂ ਦਾ ਹਨੇਰਾ ਹੈ, ਵਿਕਾਰਾਂ ਦੇ ਹਨੇਰੇ ਵਿੱਚ ਵੇਖਣ ਵਾਲੀਆਂ ਅੱਖਾਂ ਵੀ ਵੱਖਰੀ ਕਿਸਮ ਦੀਆਂ ਹਨ, ਜਿਹੜੀਆਂ ਗੁਰਬਾਣੀ ਬਿਆਨ ਕਰਦੀ ਹੈ। ਉਹ ਕਿਹੜੀਆਂ ਅੱਖਾਂ ਹਨ? ਨਾਨਕ ਸੇ ਅੱਖਰੀਆਂ ਬਿਆਨ ਜਿੰਨੀ ਦਿਸਿੰਦੋ ਮਾਂ ਪਿਰੀ। ਤੇ ਨਾਲ ਹੀ ਪਾਤਸ਼ਾਹ ਕਹਿੰਦੇ ਨੇ ਇਹ ਅੱਖਾਂ ਕਿੱਥੋਂ ਪ੍ਰਾਪਤ ਹੁੰਦੀਆਂ ਨੇ? ਇਹ ਪ੍ਰਭੂ ਨੂੰ ਵੇਖਣ ਵਾਲੇ ਗਿਆਨ ਨੇਤਰ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੇ। ਮਾਈ ਗੁਰ ਬਿਨ ਗਿਆਨ ਨਾ ਪਾਈਐ, ਅਨਕ ਪ੍ਰਕਾਰ ਫਿਰਤ ਬਿਲਲਾਂਤੇ ਮਿਲਤ ਨਹੀਂ ਗੁਸਾਈਐ। ਗੁਰੂ ਆਤਮਿਕ ਗਿਆਨ, ਗੁਰੂ ਕੀ ਹੈ ਜੀ? ਆਤਮਿਕ ਗਿਆਨ ਦੇਣ ਵਾਲਾ। ਗੁਰੂ ਤੋਂ ਬਿਨਾ ਉਹਨਾਂ ਗਿਆਨ ਨੇਤਰਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੋ ਪ੍ਰਭੂ ਨੂੰ ਸਰੀਰਕ ਤੌਰ ਤੇ ਨਹੀਂ ਬਲਕਿ ਉਸਦੇ ਗੁਣਾਂ ਦੁਆਰਾ ਉਸ ਨੂੰ ਵੇਖ ਜਾਣ ਸਕਦੇ ਹਨ। ਅਗਰ ਕੋਈ ਵਿਅਕਤੀ ਇਹ ਦਾਅਵਾ ਕਰਦਾ ਨਾ ਕਈ ਵਾਰ ਵੀ ਉਸ ਨੂੰ ਸਰੀਰਕ ਅੱਖਾਂ ਨਾਲ, ਜਿੱਦਾਂ ਕਹਿ ਦਿੰਦੇ ਆ ਵੀ ਕਿਸੇ ਵਿਛੜੀ ਰੂਹ, ਗੁਰੂ, ਪੀਰ, ਪੈਗੰਬਰ, ਸ਼ਹੀਦਾਂ ਦੇ ਸਾਨੂੰ ਪ੍ਰਤੱਖ ਦਰਸ਼ਨ ਦਿਦਾਰੇ ਹੁੰਦੇ ਹਨ, ਗੁਰਬਾਣੀ ਪਤਾ ਉਹਨਾਂ ਨੂੰ ਕਹਿੰਦੇ ਝੱਖ ਮਾਰਦਾ ਬੰਦਾ, ਉਹ ਮਾਨਸਿਕ ਤੌਰ ਤੇ ਰੋਗੀ ਹੈ। ਇਹ ਕੇਵਲ ਉਸਦੇ ਮਨ ਦੀ ਕਲਪਨਾ ਹੋ ਸਕਦੀ ਹੈ, ਕਿਉਂਕਿ ਮਰਨ ਪਿੱਛੋਂ ਕਦੇ ਕੋਈ ਵੀ ਸਰੀਰਕ ਤੌਰ ਤੇ ਨਹੀਂ ਪਰਤਿਆ। ਜਦੋਂ ਗੁਰਬਾਣੀ ਅਦ੍ਰਿਸ਼ਟ ਪ੍ਰਭੂ ਨੂੰ, ਅਕਾਲ ਪੁਰਖ ਨੂੰ ਅੱਖਾਂ ਨਾਲ ਵੇਖਣ ਦੀ ਗੱਲ ਕਰਦੀ ਹੈ ਤਾਂ ਉਹ ਗਿਆਨ ਨੇਤਰਾਂ ਦੁਆਰਾ ਵੇਖਿਆ ਜਾਣਿਆ ਜਾ ਸਕਦਾ ਹੈ, ਇਸ ਦੀ ਪ੍ਰੋੜਤਾ ਕਰਦੀ ਹੈ ਗੁਰਬਾਣੀ। ਬਾਦਸ਼ਾਹ ਕਹਿੰਦੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ, ਗੁਰਪੂਰੈ ਪ੍ਰਗਟ ਕਰ ਦੀਨੇ। ਜਿਹੜਾ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਆ ਉਹ ਬਾਹਰੀ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਪੂਰੇ ਗੁਰੂ ਦੇ ਬਖਸ਼ੇ ਗਿਆਨ ਨੇਤਰ ਪ੍ਰਗਟ ਕਰ ਦਿੰਦੇ ਹਨ, ਭਾਵ ਆਤਮਿਕ ਗਿਆਨ ਦੁਆਰਾ ਜਣਾ ਦਿੰਦੇ ਹਨ, ਉਹਨੂੰ ਵਿਖਾ ਦਿੰਦੇ ਨੇ, ਉਹਨੂੰ ਐਸੀ ਸੋਝੀ ਬਖਸ਼ਿਸ਼ ਕਰ ਦਿੰਦੇ ਹਨ। ਗੁਰੇ ਦਿਖਾਇਓ ਲੋਇਣਾ ਇਤ ਉਤੈ ਘਟ 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 ਤੂੰ ਹੀ ਮੋਹਿਣਾ।
ਜਿਹੜਾ ਦਿਖਾਈ ਨਹੀਂ ਦਿੰਦਾ, ਪ੍ਰਭੂ ਬਾਹਰਲੇ ਸਰੀਰਕ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਇਸ ਲਈ ਗੁਰੂ ਨੇ ਗਿਆਨ ਦੇ ਨੇਤਰਾਂ ਦੁਆਰਾ ਸਭਨਾ ਘਟਾਂ ਵਿੱਚ ਵਸਦਾ ਪ੍ਰਭੂ ਉਹ ਵਿਖਾ ਦਿੱਤਾ, ਉਸ ਦੇ ਬਾਰੇ ਸੋਝੀ ਕਰਵਾ ਦਿੱਤੀ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ, ਜੇਚਰ ਸ਼ਬਦ ਨਾ ਕਰੇ ਵਿਚਾਰ, ਹਉਮੈ ਮੈਲ ਨਾ ਚੁੱਕਈ, ਨਾਮ ਨਾ ਲੱਗੈ ਪਿਆਰ। ਗੁਰੂ ਨੂੰ ਸਿਰਫ ਦੇਹ ਮੰਨ ਕੇ ਕੇਵਲ ਬਾਹਰੀ ਅੱਖਾਂ ਨਾਲ ਵੇਖਿਆ ਹੀ ਵਿਕਾਰਾਂ ਤੇ ਉਹਨਾਂ ਕਾਰਨ ਪੈਦਾ ਹੋਏ ਦੁੱਖਾਂ ਤੋਂ ਮੁਕਤੀ ਨਹੀਂ ਹੋ ਸਕਦੀ, ਉਹਨਾਂ ਦੁੱਖਾਂ ਤੋਂ ਸਾਡੀ ਨਿਵਰਤੀ ਨਹੀਂ ਹੋ ਸਕਦੀ, ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ, ਨਾਮ ਨਾਲ ਪਿਆਰ ਨਹੀਂ ਪੈ ਸਕਦਾ ਜੀ। ਕਦੋਂ ਤੱਕ? ਜਦੋਂ ਤੱਕ ਸ਼ਬਦ ਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ। ਇਹਨਾਂ ਗਿਆਨ ਦੇ ਨੇਤਰਾਂ ਤੋਂ ਬਿਨਾਂ ਫਿਰ ਮਨੁੱਖ ਆਪ ਵੀ ਅੰਨਿਆਂ ਵਾਲੇ ਕੰਮ ਕਰਦਾ ਹੈ ਤੇ ਦੂਸਰਿਆਂ ਨੂੰ ਵੀ ਭਰਮ ਭੁਲੇਖਿਆਂ ਦੇ ਵਿੱਚ ਪਾਈ ਰੱਖਦਾ ਹੈ। ਅੰਨਾ ਅੰਨੇ ਨੂੰ ਰਾਹ ਦੱਸੇਗਾ ਤਾਂ ਖੂਹ ਵਿੱਚ ਹੀ ਛੁੱਟੇਗਾ, ਭਟਕਣਾ ਵਿੱਚ ਜਾਂ ਕੁਰਾਹੇ ਹੀ ਪਾਏਗਾ। ਇਹ ਕੰਮ ਸਾਡੇ ਮੌਜੂਦਾ ਧਰਮ ਦੇ ਜਿਹੜੇ ਆਗੂ ਨੇਗੇ, ਉਹ ਗਿਆਨਹੀਣ ਆਗੂ ਜਾਂ ਸਾਧ ਸੰਤ ਬਾਬੇ ਜਿਹੜੀ ਬੜੀ ਬਖੂਬੀ ਦੇ ਨਾਲ ਨਿਭਾ ਰਹੇ ਹਨ। ਤੁਸੀਂ ਜਦੋਂ ਹੁਣ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਪਿਛਲਿਆਂ ਵਿੱਚ ਪੜ੍ਹੋ ਤੇ ਨੈਟ ਤੇ ਪੜ੍ਹ ਸਕਦੇ ਤੁਸੀਂ ਵੀ ਪਹਿਲਾਂ ਇਸਤਰੀ ਨੂੰ ਅਪਵਿੱਤਰ ਕਿਹਾ ਗਿਆ, ਫਿਰ ਉਹਦੇ ਮਹਾਮਾਰੀ ਕਰਮ ਨੂੰ ਅਪਵਿੱਤਰ ਆਖਿਆ ਗਿਆ। ਹੁਣ ਜਿਸ ਨੂੰ ਇਹ ਨਹੀਂ ਦਿਸ ਰਿਹਾ ਕਿ ਪਹਿਲਾਂ ਇਸਤਰੀ ਨੂੰ ਅਪਵਿੱਤਰ ਕਹਿਣਾ, ਉਸ ਤੋਂ ਪੈਦਾ ਹੋਈ ਸਮੂਹ ਮਨੁੱਖਤਾ ਜਿਸ ਦੇ ਵਿੱਚ ਉਹ ਕਹਿਣ ਵਾਲਾ ਵੀ ਆ ਜਾਂਦਾ ਹੈ ਤੇ ਉਹਨੂੰ ਵੀ ਅਪਵਿੱਤਰ ਬਣਾ ਦਿੰਦਾ ਹੈ, ਤੇ ਦੂਜਾ ਉਸਦੇ ਕੁਦਰਤੀ ਮਹਾਮਾਰੀ ਕਰਮ ਨੂੰ ਅਪਵਿੱਤਰ ਕਹਿਣਾ, ਕੁਦਰਤ ਤੇ ਕਾਦਰ ਨੂੰ ਅਪਵਿੱਤਰ ਕਹਿਣਾ ਹੈ। ਹੁਣ ਜਿਸ ਨੂੰ ਇਹ ਜਿਹੜੀ ਸਮਝ ਨਹੀਂ, ਫਿਰ ਐਸੇ ਵਿਅਕਤੀ ਨੂੰ ਅੰਧਾ ਨਹੀਂ ਤੇ ਹੋਰ ਕੀ ਆਖਿਆ ਜਾਵੇਗਾ। ਜੋ ਮਨੁੱਖ ਆਪ ਵੀ ਗਿਆਨਹੀਣ ਹੈ, ਗਿਆਨ ਤੋਂ ਸਖਣਾ ਹੈ, ਆਤਮਿਕ ਤੌਰ ਤੇ ਅੰਨਾ ਹੈ, ਪਰ ਆਪਣੇ ਲੋਭ ਜਾਂ ਲੋਕ ਵਿਚਾਰੇ ਲਈ ਆਪਣੇ ਆਪ ਨੂੰ ਸੰਤ ਗੁਰੂ ਅਖਵਾਉਂਦਾ ਹੈ, ਉਹ ਕਿਸੇ ਹੋਰ ਨੂੰ ਜੀਵਨ ਦੇ ਸਹੀ ਰਾਹ ਤੇ ਕਿਵੇਂ ਪਾ ਸਕਦਾ ਹੈ। ਜੋ ਥੋੜੀ ਮੱਤ ਦੇ ਕਾਰਨ ਆਪ ਹੀ ਲੁੱਟਿਆ ਗਿਆ ਹੈ, ਭੁੱਲਿਆ ਫਿਰਦਾ ਹੈ, ਗਿਆਨ ਨੇਤਰਹੀਣ ਹੈ, ਉਹ ਸੱਚ ਦੇ ਮਾਰਗ ਦੀ ਪਛਾਣ ਫਿਰ ਕਿਵੇਂ ਕਰ ਸਕਦਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ, ਆਪ ਮੂਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੈ। ਉਸਦੇ ਵਿਚਾਰ ਹੀ ਉਸ ਨੂੰ ਅੰਧਾ ਸਾਬਤ ਕਰ ਦਿੰਦੇ ਹਨ। ਇਸ ਲਈ ਉਹ ਆਪ ਵੀ ਕੁਰਾਹੇ ਪਿਆ ਰਹਿੰਦਾ ਹੈ, ਠੋਕਰਾਂ ਖਾਏਗਾ ਤੇ ਦੂਜਿਆਂ ਨੂੰ ਵੀ ਉਜੜ ਪਾਏਗਾ। ਇਸੇ ਮਨੁੱਖ ਲਈ ਗੁਰਬਾਣੀ ਫਰਮਾਨ ਕਰਦੀ ਹੈ ਕਿ ਨਾਨਕ ਅੰਧਾ ਹੋਈ ਕੇ ਦੱਸੇ ਰਾਹੈ, ਸਭ ਸੁਮਹਾਏ ਸਾਥੈ, ਅੱਗੇ ਗਿਆ ਮੋਹੇ ਮੋਹੈ ਪਾਹੇ, ਸੋ ਐਸਾ ਆਗੂ ਜਪੈ। ਕੋਈ ਅੰਨਿਆਂ ਮਗਰ ਕੇਵਲ ਅੰਨੇ ਹੀ ਲੱਗ ਸਕਦੇ ਹਨ, ਸੁਜਾਖੇ ਨਹੀਂ ਲੱਗ ਸਕਦੇ, ਸਿਆਣੇ ਨਹੀਂ ਲੱਗ ਸਕਦੇ। ਗਿਆਨ ਤੋਂ ਸਖਣੇ ਆਤਮਿਕ ਨੇਤਰਹੀਣ ਜਿਹੜੇ ਧਾਰਮਿਕ ਆਗੂਆਂ ਤੇ ਅਖੌਤੀ ਜਿਹੜੇ ਸਾਧ ਟੋਲਿਆਂ ਮਗਰ ਲੱਗਣ ਵਾਲਿਆਂ ਨੂੰ ਇਹ ਅੰਨੇ ਨਹੀਂ ਤੇ ਫਿਰ ਹੋਰ ਕੀ ਆਖਿਆ ਜਾਏਗਾ। ਭਾਵ ਉਹ ਸੁਜਾਖੇ ਨਹੀਂ ਹਨ ਜਿਹੜੇ ਇਦਾਂ ਕਹਿ ਲਈਏ ਬਿਨਾਂ ਗਿਆਨ ਤੋਂ ਸੋਝੀ ਤੋਂ ਜਿਹੜੇ ਮਗਰ ਇਦਾਂ ਲੱਗੇ ਰਹਿੰਦੇ ਹਨ। ਗੁਰੂ ਗਿਆਨ ਨੇਤਰਾਂ ਵਾਲਾ ਸੁਜਾਖਾ ਅੰਨਿਆਂ ਮਗਰ ਨਹੀਂ ਲੱਗ ਸਕਦਾ। ਪਾਤਸ਼ਾਹ ਦਾ ਵਾਕ ਹੈ, ਅੰਧੇ ਕਹਿ ਰਾਹ ਦੱਸਿਐ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ। ਗੁਰੂ ਗਿਆਨ ਨੇਤਰਾਂ ਦੀ ਪ੍ਰਾਪਤੀ ਦਾ ਰਾਹ ਦੱਸਦਾ ਹੈ। ਜੇ ਹੁਣ ਅੰਧਾ ਹੈ ਜਿਹਨੇ ਰਾਹ ਪ੍ਰਾਪਤ ਕਰਨਾ ਹੈ, ਰਾਹ ਕੌਣ ਦੱਸਦਾ ਜੀ? ਗੁਰੂ ਦੱਸਦਾ ਹੈ। ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜ਼ਾਈ। ਜਿਹੜਾ ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ, ਗਿਆਨ ਦੀ ਰੋਸ਼ਨੀ ਪ੍ਰਾਪਤ ਕਰਨੀ ਚਾਹੁੰਦਾ ਹੈ, ਉਹ ਹੀ ਗਿਆਨ ਦੀ ਰੋਸ਼ਨੀ ਪ੍ਰਾਪਤ ਕਰ ਸਕਦਾ ਹੈ। ਸ਼ਰਤ ਕੀ ਹੈ? ਜੇ ਉਹਦੀ ਰਜ਼ਾ ਵਿੱਚ ਚੱਲਦਾ, ਗੁਰੂ ਦੀ ਰਜ਼ਾ ਵਿੱਚ ਚੱਲਦਾ, ਹੁਕਮ ਦੇ ਵਿੱਚ ਚੱਲਦਾ।
ਜਿਵੇਂ ਸੰਸਾਰੀ ਨੇਤਰ ਮਨੁੱਖ ਸਹਾਰੇ ਬਿਨਾ ਰਾਹ ਨਹੀਂ ਨਾ ਲੱਭ ਸਕਦਾ, ਤਿਵੇਂ ਆਤਮਿਕ ਪੱਖ ਤੋਂ ਜਿਹੜਾ ਅੰਨਾ ਗਾ, ਗੁਰੂ ਦੇ ਸਹਾਰੇ ਤੋਂ ਬਿਨਾ ਸੱਚ ਦਾ ਮਾਰਗ, ਨਿਰਮਲ ਪੰਥ, ਪ੍ਰਭੂ ਦੇ ਨਾਲ ਸਾਂਝ ਦਾ ਰਾਹ ਉਹ ਨਹੀਂ ਲੱਭ ਸਕਦਾ। ਹੁਣ ਜੋ ਮਨੁੱਖ ਆਪ ਅੰਧਾ ਅਗਿਆਨੀ ਹੈ, ਉਹ ਗਿਆਨ ਵਾਲੇ ਨੇਤਰਾਂ ਦੀ ਪਛਾਣ ਫਿਰ ਕਿਵੇਂ ਕਰੇਗਾ? ਇਸੇ ਉਲਝਣ ਤੋਂ ਹੀ ਤਾਂ ਅਨੇਕਾਂ ਕਹਿ ਲਈਏ ਪੀਰ ਪੈਗੰਬਰ ਸਾਧ ਸੰਤਾਂ ਤੇ ਬਾਬਿਆਂ ਦੀ ਵਿਕਾਰ ਫਸਲ ਉਹ ਖੜੋਤੀ ਹੈ। ਸਦਾ ਸਿਰ ਝੁਕਦਾ ਉਸ ਬਾਬੇ ਨਾਨਕ ਨੂੰ, ਜਿਸ ਨੇ ਅਨੇਕਾਂ ਕਠਿਨਾਈਆਂ ਨੂੰ ਝੱਲ ਕੇ ਮਨੁੱਖਤਾ ਦੀ ਝੋਲੀ ਦੇ ਵਿੱਚ ਗਿਆਨ ਦੇ ਨੇਤਰਾਂ ਦੀ ਦਾਤ ਪਾ ਦਿੱਤੀ। ਜੋ ਵੀ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਵੇਗਾ, ਉਸ ਨੂੰ ਗਿਆਨ ਦੇ ਨੇਤਰਾਂ ਦੀ ਦਾਤ ਜ਼ਰੂਰ ਪ੍ਰਾਪਤ ਹੋ ਜਾਵੇਗੀ। ਸ਼ਰਤ ਕੀ ਹੈ? ਕੇਵਲ ਤੇ ਕੇਵਲ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਹੈ। ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈਣ ਦੀ ਗੱਲ ਹੈ। ਇੱਥੇ ਸਿਰ ਦੀਜੇ ਕਾਣ ਨਾ ਕੀਜੈ, ਦੇਰ ਨਹੀਂ ਕਰਨੀ ਚਾਹੀਦੀ। ਫਿਰ ਉਸ ਨੂੰ ਅਸਲੀ ਤੇ ਨਕਲੀ ਦੀ ਪਛਾਣ ਆ ਜਾਂਦੀ ਹੈ, ਖਰੇ ਤੇ ਖੋਟੇ ਦੀ ਪਰਖ ਕਰਨੀ ਆ ਜਾਵੇਗੀ, ਅੰਨੇ ਤੇ ਸੁਜਾਖੇ ਦੀ ਸੂਝ ਆ ਜਾਵੇਗੀ, ਸੱਚ ਤੇ ਝੂਠ ਨੂੰ ਜਾਣਨ ਵਾਲੀ ਵਿਵੇਕ ਬੁੱਧ ਦ੍ਰਿਸ਼ਟੀ ਉਹ ਪ੍ਰਾਪਤ ਹੋ ਜਾਵੇਗੀ। ਗੁਣ ਨਾਨਕ ਬੋਲੇ ਭਲੀ ਬਾਣ, ਤੁਮ ਹੋ ਸੁਜਾਖੇ ਲਿਹੋ ਪਛਾਣ। ਨਾਨਕ ਤਾਂ ਪ੍ਰਭੂ ਦੇ ਚਰਨਾਂ ਨਾਲ ਜੋੜਨ ਵਾਲੀ ਸਿਫਤ ਸਲਾਹ ਦੀ ਬਾਣੀ ਹੀ ਉਚਾਰਦਾ ਹੈ, ਜੋ ਪ੍ਰਭੂ ਦਾ ਦੀਦਾਰ ਕਰਨ ਵਾਲੀਆਂ ਆਤਮਿਕ ਅੱਖਾਂ ਦੇ ਸੁਜਾਖਾ ਬਣਾ ਦਿੰਦੀਆਂ ਹਨ। ਉਸੇ ਦੀ ਸਿਫਤ ਸਲਾਹ ਕਰਦਾ ਹੈ ਜਿਹਦਾ ਗਿਆਨ ਸੁਜਾਖਾ ਬਣਾ ਦਿੰਦਾ ਹੈ। ਬਸ ਥੋੜੀ ਜੀ ਹਿੰਮਤ ਕਰਨ ਦੀ ਲੋੜ ਹੈ, ਗੁਰੂ ਦੀ ਸ਼ਰਨ ਆਉਣ ਦੀ ਦੇਰ ਹੈ। ਗੁਰੂ ਦੀ ਸ਼ਰਨ ਆਉਣ ਤੋਂ ਭਾਵ ਗੁਰਬਾਣੀ ਨੂੰ ਅਰਥਾਂ ਸਮੇਤ ਆਪ ਪੜ੍ਹਨਾ, ਸੁਣਨਾ, ਬੁੱਝਣਾ, ਵਿਚਾਰਨਾ, ਫਿਰ ਜੀਵਨ ਦੇ ਵਿੱਚ ਅਮਲਾਉਣਾ ਹੈ। ਇਹ ਸੌਦਾ ਉਧਾਰ ਦਾ ਨਹੀਂ ਕਿ ਗੁਰੂ ਦੀ ਸ਼ਰਨ ਹੁਣ ਆਓ ਪਰ ਨੇਤਰ ਅਗਲੇ ਜਨਮ ਵਿੱਚ ਮਿਲਣਗੇ। ਉਹ ਵਿਕਾਰਾਂ ਦਾ ਹਨੇਰਾ ਤਾਂ ਹੁਣ ਇਸੇ ਵਰਤਮਾਨ ਜੀਵਨ ਦੇ ਵਿੱਚ ਹੈ। ਇਸ ਕਰਕੇ ਆਤਮਿਕ ਪੱਖ, ਅਧਿਆਤਮਿਕ ਗਿਆਨ ਦੀ ਲੋੜ ਵੀ ਹੁਣੇ ਇਸੇ ਵਰਤਮਾਨ ਜੀਵਨ ਵਿੱਚ ਹੈ। ਇਸੇ ਕਾਰਨ ਗੁਰੂ ਸ਼ਰਨ ਆਏ ਨਾਲ ਇਹ ਖਰਾ ਤੇ ਨਗਦੀ ਸੌਦਾ ਹੀ ਕਰਦਾ ਹੈ। ਬਾਦਸ਼ਾਹ ਕਹਿੰਦੇ ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ। ਜਿਸ ਹੱਥ ਕੋਈ ਕਰਮ ਕਰਦਾ ਉਸੇ ਹੱਥ ਉਸ ਦਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਕਿਸੇ ਦੂਸਰੇ ਦਾ ਉਸ ਵਿੱਚ ਕੋਈ ਦਖਲ ਨਹੀਂ ਹੋ ਸਕਦਾ। ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਜਾਂ ਗੁਰਮਤ ਤੇ ਚੱਲਣਾ ਹੀ ਤੀਜੇ ਨੇਤਰ ਦੀ ਉਹ ਪ੍ਰਾਪਤੀ ਹੈ। ਪਰ ਮਨੁੱਖੀ ਸੋਚ ਇਸ ਲਾਹੇਬੰਦ ਨਗਦੀ ਸੌਦੇ ਨੂੰ ਪ੍ਰਵਾਨ ਕਰ ਤੋਂ ਮੁਨਕਰ ਹੈ, ਕਿਉਂਕਿ ਮਨੁੱਖ ਦੇ ਅੰਦਰ ਉਹ ਵਿਕਾਰ ਹਾਵੀ ਹਨ। ਮਨੁੱਖ ਲੋਭ, ਮੋਹ, ਹੰਕਾਰ ਵਸ ਹੋਇਆ ਦੁਨਿਆਵੀ ਪਦਾਰਥਾਂ ਜਾਂ ਰਸਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ। ਉਹਨਾਂ ਦੀ ਪਕੜ ਤਾਂ ਕਰ ਲੈਂਦਾ ਪਰ ਉਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਭਾਵੇਂ ਇਹ ਪਦਾਰਥ ਜਾਂ ਰਸ ਉਸ ਲਈ ਆਤਮਘਾਤੀ ਹੀ ਕਿਉਂ ਨਾ ਹੋਣ। ਮਨੁੱਖ ਦੀ ਇਹ ਪਕੜ ਤ੍ਰਿਸ਼ਨਾ ਬਣ ਕੇ ਉਸ ਨੂੰ ਅੰਨਾ ਕਰ ਦਿੰਦੀ ਹੈ, ਜਿਸ ਕਾਰਨ ਫਿਰ ਇਸ ਵਿਕਾਰੀ ਹਨੇਰੇ ਵਿੱਚੋਂ ਨਿਕਲਣਾ ਅਤ ਕਠਨ ਹੋ ਜਾਂਦਾ ਹੈ। ਸ਼ਰਾਬੀ ਸ਼ਰਾਬ ਦਾ ਮੋਹ ਛੱਡਣ ਨੂੰ ਤਿਆਰ ਨਹੀਂ, ਧਨਵਾਨ ਧਨ ਦੀ ਪਕੜ ਤਿਆਗਣ ਨੂੰ ਤਿਆਰ ਨਹੀਂ, ਸਤਾਧਾਰੀ ਸਤਾ ਵਾਲੀ ਕੁਰਸੀ ਛੱਡਣ ਨੂੰ ਤਿਆਰ ਨਹੀਂ। ਜਿਹੜੇ ਅਖੌਤੀ ਧਰਮੀ ਨੇ ਧਰਮ ਦੇ ਨਿਰਰਥਕ ਕਰਮ ਕਾਂਡ ਤੇ ਆਪਣੀ ਪ੍ਰਚਿਸ਼ਟਾ, ਹੰਕਾਰ ਛੱਡਣ ਨੂੰ ਤਿਆਰ ਨਹੀਂ। ਤੇ ਹੋਰ ਅਨੇਕਾਂ ਤਰ੍ਹਾਂ ਦੇ ਤੁਸੀਂ ਆਲੇ ਦੁਆਲੇ ਆਪਣੇ ਖਿਆਲ ਕਰਕੇ ਵੇਖੋ ਵੀ ਇਸ ਤਰ੍ਹਾਂ ਹੋ ਰਿਹਾ। ਇੱਥੇ ਪਦਾਰਥ ਜਾਂ ਰਸ ਬੁਰੇ ਨਹੀਂ, ਪਰ ਇਹਨਾਂ ਵਿਕਾਰਾਂ ਦੀ ਪਕੜ ਨੇ ਹੀ ਅੰਨਾ ਤੇ ਬੋਲਾ ਕਰ ਛੱਡਿਆ ਹੈ। ਤੇ ਇਹ ਕਿਸੇ ਦੀ ਵੀ ਗੱਲ ਸੁਣਨ ਨੂੰ ਫਿਰ ਤਿਆਰ ਨਹੀਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਹੀ ਬਹੁ ਰੋਲ ਕਚੋਲਾ। ਵਿਕਾਰਾਂ ਦੇ ਘੁੱਪ ਹਨੇਰੇ ਵਿੱਚ ਅੰਨਾ ਹੋਇਆ ਮਨੁੱਖ ਇਸ ਹਨੇਰੇ ਵਿੱਚ ਧਰਮ ਕਰੀਤਾਂ, ਰਸਮਾਂ, ਕਰਮ ਕਾਂਡਾਂ ਜਾਂ ਬਾਹਰੀ ਦਿੱਖ ਨੂੰ ਹੀ ਚਾਨਣ ਮੁਨਾਰਾ ਜਾਂ ਨਿਰਮਲ ਪੰਥ ਇਹਨੂੰ ਹੀ ਮੰਨ ਬੈਠਾ ਹੈ। ਇਸ ਲਈ ਨਾ ਇਹ ਗਿਆਨ ਦੀ ਅੱਖ ਗੁਰਮਤਿ ਬਾਰੇ ਕੁਝ
ਸੁਣਨਾ ਚਾਹੁੰਦਾ ਹੈ ਤੇ ਨਾ ਹੀ ਬੁੱਝਣਾ ਚਾਹੁੰਦਾ ਹੈ, ਤੇ ਨਾ ਹੀ ਉਸ ਦੀ ਜਿਹੜੀ ਪ੍ਰਾਪਤੀ ਦਾ ਚਾਹਵਾਨ ਹੈ ਵੀ ਮੈਨੂੰ ਉਹ ਗਿਆਨ ਜਿਹੜਾ ਪ੍ਰਾਪਤ ਹੋਵੇ, ਸਮਝ ਪ੍ਰਾਪਤ ਹੋਵੇ, ਕਿਉਂਕਿ ਇਸ ਨੂੰ ਭਰਮ ਹੋ ਗਿਆ ਹੈ ਕਿ ਅਖੌਤੀ ਧਾਰਮਿਕ ਰੀਤਾਂ, ਰਸਮਾਂ ਤੇ ਕਰਮ ਕਾਂਡ ਕਰਨੇ ਹੀ ਬਾਹਰੀ ਧਾਰਮਿਕ ਵਿਖਾਵਾ ਹੀ ਅਸਲੀ ਧਰਮ ਹੈ। ਗੁਰੂ ਸਾਹਿਬ ਸੁਚੇਤ ਕਰਦੇ ਨੇ, ਕਹਿੰਦੇ ਕਰਮ ਕਾਂਡ ਬਹੁ ਕਰੇ ਅਚਾਰ, ਬਿਨ ਨਾਵੇ ਤ੍ਰਿਗ ਤ੍ਰਿਗ ਹੰਕਾਰ, ਬਿਨ ਗੁਰ ਸ਼ਬਦ ਨਾ ਛੁੱਟੀਐ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਤੁਸੀਂ ਹੋਰ ਪੜੋ ਵੀ ਬਹੁ ਕਰਮ ਕਮਾਵੈ ਦੁੱਖ ਸਬਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਗੁਰੂ ਕੀ ਕਰ ਦਿੰਦਾ, ਕਹਿੰਦੇ ਅੱਗੇ ਹੋਰ ਪੜਦੇ ਆ ਜਦੋਂ, ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਅਗਰ ਗੁਰੂ ਦੇ ਬਾਰ-ਬਾਰ ਸਮਝਾਉਣ ਤੇ ਵੀ ਮਨੁੱਖ ਅੰਨਿਆਂ ਵਾਲੇ ਕੰਮ ਹੀ ਕਰੀ ਜਾਵੇ ਤਾਂ ਫਿਰ ਉਸ ਨੂੰ ਅੰਨਾ ਨਹੀਂ ਤੇ ਹੋਰ ਕੀ ਆਖਿਆ ਜਾਵੇਗਾ। ਮਾਇਆ ਮੋਹੈ ਹਰ ਚੇਤੈ ਨਾਹੀ, ਜੰਪੁਰ ਬੱਧਾ ਦੁਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨਮੁਖ ਪਾਪ ਪਚਾਵਣਿਆ। ਬੇਕਾਰਾਂ ਦੇ ਹਨੇਰੇ ਵਿੱਚ ਅਕਾਲ ਪੁਰਖ ਵਿਸਰ ਗਿਆ, ਹਰੀ ਨੂੰ ਵਿਸਾਰ ਦਿੱਤਾ ਹੈ, ਤੇ ਹੁਣ ਅੰਨੇ ਬੋਲੇ ਤੇ ਅਕਲਹੀਣ ਮਨੁੱਖ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ, ਤੇ ਪਾਪਾਂ ਵਾਲੇ ਦੁਖੀ ਜੀਵਨ ਵਿੱਚ ਹੀ ਉਲਝਿਆ ਰਹਿੰਦਾ ਹੈ। ਗੁਰੂ ਸਾਹਿਬ ਤਾਂ ਸਾਵਧਾਨ ਕਰਦੇ ਹਨ ਕਿ ਅੰਧੋ ਬੌਲੋ ਮੁਗਧ ਗਵਾਰ, ਹੀਣੋ ਨੀਚ ਬੁਰੋ ਬੁਰਿਆਰ। ਉਹ ਵਿਕਾਰਾਂ ਵਿੱਚ ਅੰਨਾ ਹੋਇਆ ਮਨੁੱਖ ਮੂਰਖ ਤੇ ਗਵਾਰ ਮੰਦਿਆਂ ਤੋਂ ਵੀ ਮੰਦਾ ਬਣ ਜਾਂਦਾ ਹੈ। ਪਰ ਇਹ ਗੁਰੂ ਦਾ ਬਿਰਧ ਹੈ, ਗੁਰੂ ਦਾ ਸੁਭਾਅ ਹੈ ਕਿ ਉਹ ਆਪਣੀ ਸ਼ਰਨ ਆਏ ਨੂੰ ਕੰਠ ਲਾ ਲੈਂਦਾ ਹੈ, ਗਿਆਨ ਦੇ ਨੇਤਰ ਬਖਸ਼ਿਸ਼ ਕਰ ਦਿੰਦਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਹਾਸਿਲ ਕੀਤੀ ਵਿਦਿਆ ਨੂੰ ਜੇਕਰ ਅਮਲੀ ਜਾਮਾ ਨਾ ਦਿੱਤਾ ਜਾਵੇ ਤਾਂ ਉਸ ਵਿਦਿਆ ਦਾ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਧਰਮ ਵਾਲੇ ਗ੍ਰੰਥ ਪੜ੍ਹ ਕੇ ਜੀਵਨ ਵਿੱਚ ਅਮਲੀ ਜਾਮਾ ਨਹੀਂ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ, ਜੇ ਪੜ੍ਹ ਕੇ ਉਹਨੂੰ ਅਮਲੀ ਜਾਮਾ ਨਹੀਂ ਦਿੱਤਾ, ਆਪਣੇ ਜੀਵਨ ਦੇ ਵਿੱਚ ਉਸ ਨੂੰ ਹੰਢਾਇਆ ਨਹੀਂ, ਫਿਰ ਉਹਦੇ ਪੜ੍ਹੇ ਦਾ ਲਾਭ ਹੈ ਦੱਸੋ ਭਲਾ? ਉਹਦਾ ਪੜ੍ਹੇ ਦਾ ਕੋਈ ਲਾਭ ਨਹੀਂ ਹੋ ਸਕਦਾ। ਸਾਡੇ ਵੇਖੋ ਵੀ ਲੱਖਾਂ ਰੁਪਈਆ ਲਾ ਕੇ ਅਸੀਂ ਅਖੰਡ ਪਾਠ, ਸੰਪਟ ਪਾਠ, ਮੋਹਨ ਪਾਠ, ਹੋਰ ਪਤਾ ਨਹੀਂ ਕਿੰਨੇ ਕਿੰਨੇ ਪਾਠ ਸਾਡੇ ਕੀਤੇ ਜਾ ਰਹੇ ਨੇ। ਅਸੀਂ ਗੁਰਬਾਣੀ ਨੂੰ ਜਾਦੂ ਟੂਣੇ ਦੀ ਤੇਰਾ ਮੰਤਰ ਸਮਝੀ ਬੈਠੇ ਹਾਂ। ਜਾਦੂ ਟੂਣਾ ਥੋੜੋ ਆ, ਦੇ ਉਚਾਰ ਕਰਨ ਨਾਲ ਗਿਆਨ ਨੇਤਰਾਂ ਦੀ ਪ੍ਰਾਪਤੀ ਹੋ ਜਾਵੇਗੀ। ਪਰ ਉਹਨਾਂ ਧਰਮ ਦੇ ਅੰਨੇ ਤੇ ਬੋਲੇ ਆਗੂਆਂ ਨੂੰ ਕੀ ਕਿਹਾ ਜਾਵੇ ਜਿਨ੍ਹਾਂ ਨੇ ਗੁਰਬਾਣੀ ਦੇ ਵੱਖ-ਵੱਖ ਪਾਠਾਂ ਦੀਆਂ ਲੜੀਆਂ ਤੇ ਰੀਤਾਂ ਹੀ ਚਲਾ ਕੇ ਗੁਰਬਾਣੀ ਨੂੰ ਸਿਰਫ ਤੇ ਸਿਰਫ ਪੜ੍ਹਨ ਤੱਕ ਹੀ ਨਿਰਭਰ ਕਰਕੇ ਰੱਖ ਦਿੱਤਾ ਹੈ। ਇੱਕ ਵਪਾਰੀ ਕਿੱਤਾ ਬਣਾ ਲਿਆ ਹੋਵੇ। ਗੁਰਬਾਣੀ ਨੂੰ ਬੱਧੇ ਰੁੱਝੇ ਕੇਵਲ ਪੜ੍ਹਨ ਨਾਲ ਕੁਛ ਨਹੀਂ ਸੌਰ ਸਕਦਾ, ਸਾਡਾ ਕੁਝ ਸਬਰ ਨਹੀਂ ਸਕਦਾ, ਨਾ ਕੋਈ ਲਾਭ ਹੋ ਸਕਦਾ। ਅਸੀਂ ਤਾਂ ਜੇ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਲੈ ਕੇ ਆਉਨੇ ਆ ਤਾਂ ਸਾਡਾ ਭਲਾ ਹੈ। ਇਹ ਖੂਨ ਪਸੀਨੇ ਦੀ ਕਮਾਈ ਨਾਲ ਧਨ ਦਾ ਉਜਾੜਾ ਅਸੀਂ ਇਦਾਂ ਜਿਹੜੇ ਧਾਰਮਿਕ ਲੋਕਾਂ ਤੋਂ ਇਦਾਂ ਪਾਠ ਕਰਵਾ ਰਹੇ ਆ, ਜਿਹਦੇ ਵਿੱਚ ਆਪ ਬੈਠ ਕੇ ਸੁਣਨਾ ਨਹੀਂ, ਇਹ ਉਜਾੜਾ ਹੀ ਤਾਂ ਫਿਰ ਹੈ। ਪਾਠਾਂ ਦੀਆਂ ਰੀਤਾਂ ਦੇ ਅੰਧੇਪਣ ਨੂੰ ਛੱਡਣ ਲਈ ਕੋਈ ਤਿਆਰ ਨਹੀਂ। ਭਾਵੇਂ ਪੜ੍ਹੀ ਜਾ ਰਹੀ ਹੈ ਗੁਰਬਾਣੀ, ਬਈ ਗੁਰਬਾਣੀ ਦੇ ਵਿੱਚ ਹੀ ਬਾਕ ਨੇ ਵੀ ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਵੀ ਜੋ ਤੁਸੀਂ ਪੜ੍ਹ ਰਹੇ ਹੋ ਧਾਰਮਿਕ ਗ੍ਰੰਥ ਸਿਰਫ ਪੜ੍ਹੇ ਮੁਕਤ ਹੋ ਜਾਏਗੀ, ਮੁਕਤੀ ਮਿਲ ਜਾਵੇਗੀ। ਜੇਕਰ ਸ਼ਬਦ ਨੂੰ ਅੰਦਰ ਅਸੀਂ ਹਟਾਵਾਂਗੇ ਤਾਂ ਹੀ ਸਾਡਾ ਭਲਾ ਹੈ। ਹੋਰ ਪੜੋ ਪਾਤਸ਼ਾਹ ਦੀ ਬਾਣੀ, ਕਹਿੰਦੇ ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ, ਪਾਠ ਪੜ੍ਹੇ ਨਾ ਬੁੱਝਈ, ਭੇਖੀ ਭਰਮ ਭੁਲਾਏ। ਮਾਇਆ ਦਾ ਕੈਸਾ ਹਨੇਰਾ ਕਿ ਮਨੁੱਖ ਦੇ ਹੱਥ ਵਿੱਚ
ਦੀਵਾ ਹੈ, ਦੀਪਕ ਹੈ। ਸਤਿਗੁਰੂ ਦਾ ਸ਼ਬਦ ਜਿਹੜਾ ਹੈਗਾ ਉਹ ਦੀਪ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ। ਗਿਆਨ ਦਾ ਚਾਨਣ ਹੈ, ਦੀਪਕ ਹੈ, ਪਰ ਮਾਇਆ ਦੀ ਪਕੜ ਕਰਕੇ ਕਹਿੰਦੇ ਖੂਹ ਦੇ ਵਿੱਚ ਡਿੱਗਦਾ ਫਿਰਦਾ ਹੈ। ਜਿਵੇਂ ਪਾਸ਼ਾ ਦਾ ਬਾਕ ਪੜ੍ਹਦੇ ਹਾਂ ਅਸੀਂ ਵੀ ਹਾਥ ਦੀਪ ਕੂਏ ਪਰ ਹੈ, ਹੱਥ ਵਿੱਚ ਦੀਪਕ ਹੈ ਫਿਰ ਵੀ ਖੂਹ ਦੇ ਵਿੱਚ ਡਿੱਗ ਰਹੇ ਆ। ਫਿਰ ਇਹਨੂੰ ਅੰਨਾ ਨਹੀਂ ਤੇ ਅੰਨਾ ਨਹੀਂ ਤੇ ਹੋਰ ਕੀ ਆਖਿਆ ਜਾਏਗਾ। ਇਸ ਬਾਰੇ ਗੁਰਬਾਣੀ ਦਾ ਇਹ ਕਥਨ ਹੈ ਕਿ ਅੰਨ੍ਹੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ, ਉਨਾ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ। ਕਹਿੰਦੇ ਅੰਨਿਆਂ ਨੂੰ ਮੋਤੀ ਗੁਰੂ ਸ਼ਬਦ ਮਿਲ ਗਿਆ ਤੇ ਉਹ ਹੁਣ ਇਸ ਨੂੰ ਘਰ ਘਰ ਗੁਰਦੁਆਰਿਆਂ ਵਿੱਚ ਮੁੱਲ ਦੇ ਪਾਠ ਕਰਕੇ ਵੇਚਦੇ ਫਿਰਦੇ ਹਨ। ਅੱਗੋਂ ਲੈਣ ਵਾਲੇ ਵੀ ਭਾਵ ਜਿਹੜੇ ਪਾਠ ਕਰਾਉਣ ਵਾਲੇ ਵੀ ਉਹ ਵੀ ਕਹਿੰਦੇ ਅੰਧੇ ਹਨ। ਉਹਨਾਂ ਨੂੰ ਵੀ ਗੁਰੂ ਸ਼ਬਦ ਦੀ ਕਦਰ ਨਹੀਂ, ਕੀਮਤ ਦਾ ਪਤਾ ਨਹੀਂ, ਕੋਈ ਪਰਖ ਨਹੀਂ। ਇਸ ਲਈ ਦੋਵੇਂ ਹੀ ਕਹਿੰਦੇ ਉਸ ਅਸਲੀ ਕਦਰ ਕੀਮਤ ਤੋਂ ਵਾਂਝੇ ਰਹਿ ਜਾਂਦੇ ਹਨ। ਚੋਖਾ ਖਰਚਾ ਕਰਕੇ ਵੀ ਕੌਡੀ ਪੱਲੇ ਨਹੀਂ ਪੈਂਦੀ। ਇੱਥੋਂ ਪਤਾ ਲੱਗਦਾ ਵੀ ਅਸੀਂ ਕਿੰਨੇ ਅਜੇ ਅਗਿਆਨਤਾ ਵਸ ਪਏ ਹੋਏ ਹਾਂ। ਅੱਜ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤਾਂ ਟੇਕਦਾ ਹੈ, ਜਿਸ ਦਾ ਮਤਲਬ ਉਸ ਦੀ ਸਿੱਖਿਆ ਨੂੰ ਮੰਨਣਾ ਹੁੰਦਾ ਹੈ। ਪਰ ਜੇ ਉਸ ਦੀ ਸਿੱਖਿਆ ਤੋਂ ਹੀ ਅਣਜਾਣ ਹੈ, ਸਿੱਖਿਆ ਨੂੰ ਮੰਨਣ ਲਈ ਤਿਆਰ ਨਹੀਂ ਹੈ, ਫਿਰ ਪਾਤਸ਼ਾਹ ਤਾਂ ਏਦਾਂ ਵੀ ਕਹਿੰਦੇ ਨੇ, ਕਹਿੰਦੇ ਸੀਸ ਨਿਭਾਇਆ ਕਿਆ ਥੀਐ ਜਾਂ ਰਿੱਧੇ ਕਸੁੱਧੇ ਜਾਹੀ। ਸੀਸ ਨਿਭਾਉਣ ਦਾ ਕੀ ਫਾਇਦਾ ਜੇਕਰ ਤੂੰ ਉਪਦੇਸ਼ ਨੂੰ ਮੰਨਣਾ ਹੀ ਨਹੀਂ ਹੈ। ਅਸਲ ਦੇ ਵਿੱਚ ਉਪਦੇਸ਼ ਨੂੰ ਮੰਨਣਾ, ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੀ ਗੁਰੂ ਨੂੰ ਨਮਸਕਾਰ ਕਰਨਾ ਹੈ। ਤੁਧਨੋਂ ਨਿਵਣ ਮੰਨਣ ਤੇਰਾ ਨਾਉ, ਗੁਰਬਾਣੀ ਤੇ ਚੱਲਣਾ ਹੀ ਗੁਰੂ ਨੂੰ ਨਮਸਤਕ ਹੋਣਾ ਹੈ। ਪਰ ਵੇਖੋ ਤੁਸੀਂ ਅੱਜ ਸਮਾਜ ਵਿੱਚ ਜਿਨ੍ਹਾਂ ਕਰਮ ਕਾਂਡਾਂ ਨੂੰ ਗੁਰਬਾਣੀ ਨੇ ਨਕਾਰਿਆ ਹੋਵੇ, ਅੱਜ ਉਹੀ ਸ਼ਬਦ ਪੜ੍ਹ ਕੇ ਉਹ ਕਰਮ ਕਾਂਡ ਨਿਭਾਏ ਜਾਂਦੇ ਹਨ। ਆਰਤੀ ਵਾਲੀ ਰਸਮ ਵੇਖਦੇ ਹੀ ਅਸੀਂ ਵੀ ਗੁਰਬਾਣੀ ਦੇ ਉਹਨਾਂ ਸ਼ਬਦਾਂ ਨਾਲ ਹੀ ਆਰਤੀ ਦੀ ਰਸਮ ਕੀਤੀ ਜਾਂਦੀ ਹੈ ਜੋ ਸ਼ਬਦ ਇਸ ਰਸਮ ਨੂੰ ਨਕਾਰਦੇ ਹਨ। ਫਿਰ ਅੰਧਾਪਣ ਨਹੀਂ ਤੇ ਹੋਰ ਕੀ ਹੈ ਭਾਈ। ਪਾਤਸ਼ਾਹ ਕਹਿੰਦੇ ਫਿਰ ਇਹਨਾਂ ਬਾਰੇ ਕੀ ਕਹੀਏ। ਪੜ੍ਹਤੇ ਰਹੇ ਆ ਗੁਰਬਾਣੀ, ਪਰ ਸਿਧਾਂਤ ਤੋਂ ਜਿਹੜੀ ਉਹ ਸਮਝ ਨਹੀਂ ਸਿਧਾਂਤ ਦੀ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ, ਬਿਨ ਗੁਰ ਪੰਥ ਨਾ ਸੂਝਈ ਕਿਤ ਬਿਦ ਨਿਰਬਹੀਐ। ਗੁਰਬਾਣੀ ਨੂੰ ਪੜਿਆ ਤੇ ਗਾਇਆ ਤਾਂ ਬਹੁਤ ਜਾਂਦਾ ਹੈ, ਪਰ ਕੇਵਲ ਕੰਨ ਰਸ ਤੱਕ ਹੀ ਅਸੀਂ ਸੀਮਿਤ ਹੋ ਗਏ ਹਾਂ। ਅਗਰ ਜੇ ਇਸ ਨੂੰ ਵਿਚਾਰਿਆ ਜਾਂਦਾ ਤਾਂ ਇਹ ਧਰਮ ਦਾ ਇੱਕ ਵਪਾਰੀ ਕਿੱਤਾ ਬਣ ਕੇ ਨਹੀਂ ਰਹਿ ਜਾਂਦੀ। ਪਰ ਅੱਜ ਜਿਹੜਾ ਮਨ ਦਾ ਅੰਧਾ ਹੈ, ਜਿਹੜਾ ਗਿਆਨ ਪ੍ਰਾਪਤ ਕਰਨਾ ਨਹੀਂ ਚਾਹੁੰਦਾ, ਫਿਰ ਉਹ ਅਸਲ ਦਰਜਾ ਕਹਿੰਦੇ ਉਹਦੀ ਸੋਝੀ ਕਿਵੇਂ ਪ੍ਰਾਪਤ ਕਰ ਸਕਦਾ ਹੈ। ਮਨ ਕਾ ਅੰਧਾ ਅੰਧ ਕਮਾਵੇ, ਦਰ ਘਰ ਮਹਿਲ ਠੌਰ ਕੈਸੇ ਪਾਵੇ। ਵਪਾਰੀ ਕਿੱਤਾ ਬਣ ਗਿਆ ਸਾਡਾ, ਪਰ ਅਸਲ ਦੇ ਵਿੱਚ ਗੁਰਬਾਣੀ ਤਾਂ ਸਾਡਾ ਆਪਾ ਸਵਾਰਨ ਲਈ ਸੀ, ਸਾਡਾ ਨਿੱਜੀ ਆਪਾ ਸਵਾਰਨ ਲਈ ਹੈ। ਪਰ ਮਾਫ ਕਰਨਾ ਵੀ ਇਸ ਨੂੰ ਵਪਾਰੀ ਕਰਮ ਕਾਂਡ ਬਣਾ ਕੇ ਦੂਸਰਿਆਂ ਨੂੰ ਸਵਾਰ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੇਚਿਆ ਜਾ ਰਿਹਾ ਹੈ। ਪਰ ਗੁਰਬਾਣੀ ਤਾਂ ਸਭ ਦੇ ਭਲੇ ਵਾਸਤੇ ਸੀ, ਵਿਸ਼ਵ ਦੇ ਭਲੇ ਲਈ ਹੈ। ਪਰ ਇਸ ਨੂੰ ਛੋਟੇ ਜਿਹੇ ਧੜੇ ਦੀਆਂ ਰੋਹ ਰੀਤਾਂ ਦੀ ਵਾੜ ਨਾਲ ਘੇਰਨਾ ਗੁਰੂ ਨਾਲ ਧੋਖਾ ਤਾਂ ਨਹੀਂ ਕਿ ਗੁਰੂ ਜੀ ਵੀ ਕਦੇ ਪੱਖਪਾਤੀ ਹੋ ਸਕਦਾ ਹੈ। ਪਰ ਅਖੌਤੀ ਤੇ ਧਾਰਮਿਕ ਪ੍ਰਚਲਿਤ ਧਰਮ ਦੀਆਂ ਰਸਮਾਂ ਤੇ ਕਰਮ ਕਾਂਡਾਂ ਦੀ ਸੂਚੀ ਤਾਂ ਕਾਫੀ ਲੰਮੀ ਹੈ, ਪਰ ਇੱਕ ਪ੍ਰਚਲਿਤ ਕਹਾਵਤ ਹੈ ਕਿ ਅਕਲਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਅਗਰ ਮਨ ਵਿੱਚ ਸੁਜਾਖੇ ਹੋਣ ਦੀ ਜਾਂ ਗਿਆਨ ਦੇ ਨੇਤਰਾਂ ਦੀ ਉਮੰਗ ਜਾਗੇ, ਗੁਰੂ ਦੇ ਦੀਦਾਰਿਆਂ ਦੀ ਜਿਹੜੀ ਅੰਦਰ ਉਤਸ਼ਾਹ ਉਹ ਜਾਗੇ, ਅੰਦਰ ਜਾਗੇ ਸਾਡੇ, ਤਾਂ ਉਸ ਦਾ ਇੱਕੋ ਇੱਕ ਰਾਹ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਅਸੀਂ
ਜਿਹੜਾ ਸਹੀ ਰਸਤੇ ਦੀ ਪਛਾਣ ਕਰ ਸਕਦੇ ਹਾਂ। ਫਿਰ ਅਸੀਂ ਬਾਹਰੀ ਸਿਰਫ ਕਰਮਕਾਂਡ ਨਿਭਾਉਣ ਤੱਕ ਸੀਮਿਤ ਨਹੀਂ ਰਹਾਂਗੇ। ਅੱਜ ਬੰਦਾ ਬਾਹਰੀ ਵੇਖਣ ਨੂੰ ਧਰਮੀ ਲੱਗਦਾ, ਪਰ ਅੰਦਰ ਜਿਹੜਾ ਕਹਿ ਲਈਏ ਵਿਚਾਰਾਂ ਕਰਕੇ ਜਿਹੜੀ ਸਿੱਖਿਆ ਤੋਂ ਉਹਦਾ ਪਤਾ ਲੱਗਣਾ ਸੀ ਇਹ ਗੁਰੂ ਵਾਲਾ ਹੈ, ਪਰ ਉਸ ਤੋਂ ਅੱਜ ਕੋਰਾ ਹੈ। ਬਾਹਰੀ ਤੌਰ ਤੇ ਤਾਂ ਬਹੁਤ ਬਦਲਾ ਲਿਆ ਆਪਣੇ ਆਪ ਨੂੰ ਬੰਦੇ ਨੇ, ਪਰ ਇੱਥੇ ਤੱਕ ਸੀਮਿਤ ਨਾ ਰਹੀਏ ਭਾਈ। ਅਸੀਂ ਆਪਣੇ ਆਪ ਨੂੰ ਸਵਾਰਨਾ ਹੈ, ਅੰਦਰੋਂ ਗਿਆਨ ਵਾਲੇ ਗੁਣਾਂ ਨੂੰ ਅੰਦਰ ਲੈ ਕੇ ਆਉਣਾ ਹੈ, ਗੁਰੂ ਤੋਂ ਹੀ ਸੋਝੀ ਪ੍ਰਾਪਤ ਕਰਨੀ ਹੈ, ਜਿਸ ਦੇ ਨਾਲ ਸਾਨੂੰ ਜਿਹੜਾ ਨਿਰਮਲ ਪੰਥ ਦੀ ਉਸਦੀ ਸੋਝੀ ਆ ਸਕਦੀ ਹੈ। ਇਹਦੀ ਸੋਝੀ ਜਿਹੜੀ ਆ ਗੁਰੂ ਦੀ ਸ਼ਰਨ ਵਿੱਚ ਹੀ ਆ ਕੇ ਆਉਣੀ ਹੈ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਗੁਰੂ ਹੀ ਸਾਨੂੰ ਗਿਆਨਵਾਨ ਕਰਦਾ ਹੈ, ਅਗਿਆਨੀ ਜਿਹੜਾ ਅੰਧੇਰੇ ਦੇ ਵਿੱਚ ਉਹ ਖਪਿਆ ਰਹਿੰਦਾ ਹੈ। ਜੇ ਅਸੀਂ ਸੋਝੀ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਆਪ ਗੁਰਬਾਣੀ ਨੂੰ ਵਿਚਾਰੀਏ, ਸਮਝੀਏ, ਪੜ੍ਹੀਏ, ਤੇ ਸਭ ਤੋਂ ਵੱਡੀ ਗੱਲ ਅਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਹੰਢਾਈਏ, ਅਮਲ ਕਰੀਏ, ਫਿਰ ਹੀ ਸਾਡਾ ਭਲਾ ਹੈ। ਸੋ ਵਿਚਾਰਾਂ ਕਰਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਬਖਸ਼ਦਿਆਂ ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।